ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਭਾਰਤੀ ਹਕੂਮਤ ਦੇ ਵੱਲੋਂ ਕਿਸਾਨ ਵਿਰੋਧੀ ਬਿੱਲ ਜਾਂ ਕਾਨੂੰਨ ਜਿਹੜੇ ਨੇ ਉਹ ਬਣਾਏ ਗਏ ਨੇ, ਔਰ ਉਸ ਦੇ ਬਰਖਿਲਾਫ ਜਿਹੜਾ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਤੇ ਹੋਰ ਧਿਰਾਂ ਨੇ ਉਹਨਾਂ ਦੇ ਵੱਲੋਂ ਇੱਕ ਲੰਬਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸੰਘਰਸ਼ ਹੈ ਆਪਣੇ ਸਿਖਰ ਦੇ ਉੱਪਰ ਹੈ, ਔਰ ਇਸ ਦਾ ਹੀ ਕਹਿ ਸਕਦੇ ਹਾਂ ਕਿ ਇੱਕ ਨਤੀਜਾ ਹੈ ਕਿ ਜੇਕਰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਵਿੱਚ ਗਿਆ ਤੇ ਉਸ ਨੂੰ ਉੱਥੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਰੀਆਂ ਹੀ ਧਿਰਾਂ, ਭਾਵੇਂ ਉਹ ਕਿਸਾਨ ਨੇ, ਦੁਕਾਨਦਾਰ ਨੇ, ਕਰਮਚਾਰੀ ਨੇ, ਆੜ੍ਹਤੀ ਨੇ, ਤਕਰੀਬਨ ਜਿੰਨੇ ਵੀ ਪੰਜਾਬ ਦੇ ਵਰਗ ਨੇ, ਉਹ ਸਾਰੇ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਪਰ ਕੁਝ ਐਸੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਜਿਨ੍ਹਾਂ ਦੇ ਨਾਲ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਇਸ ਗੱਲ ਦਾ ਮੌਕਾ ਮਿਲ ਜਾਂਦਾ ਹੈ, ਜਿਹੜੇ ਖਾਸ ਕਰਕੇ ਸ਼ਰਾਰਤੀ ਅਨਸਰ ਹੁੰਦੇ ਨੇ, ਕਿ ਇਸ ਸੰਘਰਸ਼ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਢਾਹ ਲੱਗ ਸਕੇ। ਮੈਂ ਬਹੁਤ ਸਾਰੇ ਆਪਣੇ ਪਹਿਲੇ ਵਿਖਿਆਨਾਂ ਦੇ ਵਿੱਚ ਵੀ ਇਹ ਗੱਲ ਕਰ ਚੁੱਕਾ ਹਾਂ ਕਿ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਕਿਸੇ ਨਾ ਕਿਸੇ ਰਾਜਨੀਤਿਕ ਧਿਰ ਦੇ ਨਾਲ ਜੁੜੇ ਹੋਏ ਨੇ, ਤੇ ਬਹੁਤ ਸਾਰੇ ਸੰਘਰਸ਼ ਦੇ ਵਿੱਚ ਬੈਠੇ ਹੋਏ ਜਿਹੜੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰਾਜਨੀਤਿਕ ਧਿਰ ਦੇ ਨਾਲ ਸੰਬੰਧ ਜ਼ਰੂਰ ਰੱਖਦੇ ਨੇ, ਕਿਉਂਕਿ ਪੰਜਾਬ ਦੇ ਲੋਕਾਂ ਦੀ, ਖਾਸ ਕਰਕੇ ਜਿਹੜਾ ਕਿਸਾਨੀ ਵਰਗ ਹੈ, ਉਸ ਦਾ ਰਾਜਨੀਤਿਕ ਲੋਕਾਂ ਨਾਲ ਕਿਤੇ ਨਾ ਕਿਤੇ ਕੋਈ ਸੰਬੰਧ ਬਣਾ ਕੇ ਰੱਖਣਾ ਉਹਨਾਂ ਦੀ ਇੱਕ ਲੋੜ ਵੀ ਹੈ ਔਰ ਮਜਬੂਰੀ ਵੀ ਹੈ। ਦੂਸਰੀ ਗੱਲ, ਜੇ ਇਸ ਦਾ ਦੂਸਰਾ ਰੂਪ ਵੇਖਣਾ ਹੋਵੇ ਤਾਂ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਵਿੱਚ ਬੈਠੇ ਲੋਕ ਨੇ ਉਹਨਾਂ ਦਾ ਰਾਜਨੀਤਿਕਾਂ ਦੇ ਨਾਲ ਸੰਬੰਧ ਹੈ, ਤੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿਸਾਨ ਵੀ ਨੇ, ਜਿਹੜੇ ਆੜ੍ਹਤੀ ਵੀ ਨੇ, ਜਿਹੜੇ ਕਰਮਚਾਰੀ ਵੀ ਨੇ, ਜਾਂ ਫਿਰ ਜਿਹੜੇ ਕਿਤੇ ਨਾ ਕਿਤੇ ਖੇਤ ਮਜ਼ਦੂਰ ਵੀ ਨੇ। ਪਰ ਫਿਰ ਉਹਨਾਂ ਘਟਨਾਵਾਂ ਦੀ ਗੱਲ ਕਰੀਏ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਿਹਦੇ ਵਿੱਚ ਕਹਿ ਸਕਦੇ ਹੋ ਕਿ ਕੁਝ ਨਾ ਕੁਝ ਰੋਲ ਸ਼ਰਾਰਤੀ ਅਨਸਰਾਂ ਦਾ ਹੁੰਦਾ ਹੈ, ਜਿਹਦੇ ਕਰਕੇ ਸਮੁੱਚੀ ਜਿਹੜੀ ਇੱਕ ਧਿਰ ਹੈ ਉਸ ਨੂੰ ਬਦਨਾਮੀ ਮਿਲਦੀ ਹੈ, ਔਰ ਕਿਤੇ ਨਾ ਕਿਤੇ ਕੁਝ ਤਰ੍ਹਾਂ ਦਾ ਇੱਕ ਸ਼ਰਾਰਤੀ ਮੀਡੀਆ ਵੀ ਹੈ ਜਿਹੜਾ ਉਹਨਾਂ ਗੱਲਾਂ ਨੂੰ ਬਹੁਤ ਹੀ ਭੱਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਦਾ ਹੈ, ਜਿਹਦੇ ਨਾਲ ਕਿਤੇ ਨਾ ਕਿਤੇ ਇਸ ਸਾਰੇ ਸੰਘਰਸ਼ ਦੇ ਉੱਪਰ ਅਸਰ ਜ਼ਰੂਰ ਪੈਂਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕਿਸਾਨ ਯੂਨੀਅਨ BKU ਮਾਨ ਦੇ ਇੱਕ ਆਗੂ, ਜਿਸ ਦਾ ਸੰਬੰਧ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਵੀ ਜੁੜਦਾ ਹੈ, ਮੁਨੀ ਪ੍ਰਸ਼ਾਦ, ਉਹਦੇ ਵੱਲੋਂ ਆਪਣੇ ਇੱਕ ਬਿਆਨ ਦੇ ਵਿੱਚ ਸਿੱਖ ਕੌਮ ਨੂੰ ਜਾਂ ਖਾਸ ਕਰਕੇ ਸਿੱਖ ਕਿਸਾਨ ਆਗੂਆਂ ਨੂੰ ਸੰਬੋਧਿਤ ਹੋ ਕੇ ਇਹ ਗੱਲ ਕਹੀ ਗਈ ਸੀ ਕਿ ਅਸੀਂ ਦਾੜੀ ਵੀ ਪੁੱਟਾਂਗੇ, ਅਸੀਂ ਉਹਨਾਂ ਦੀਆਂ ਪੱਗਾਂ ਵੀ ਉਤਾਰਾਂਗੇ। ਤਾਂ ਸਮੁੱਚੀ ਕੌਮ ਦੇ ਵਿੱਚ ਜਿਹੜਾ ਵਿਦਰੋਹ ਪੈਦਾ ਹੋਇਆ ਸੀ ਉਹ ਸਾਰਾ ਹੀ ਸੀ, ਉਹਦੇ ਚਾਹੇ ਨੌਜਵਾਨ ਕਿਸਾਨ ਸੀ, ਚਾਹੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ, ਚਾਹੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਸੀ, ਜਾਂ ਫਿਰ ਪੰਥਕ ਨੁਮਾਇੰਦਾ ਜਥੇਬੰਦੀਆਂ ਸੀ। ਉਹਨਾਂ ਸਾਰੀਆਂ ਨੇ ਇਸ ਚੀਜ਼ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਕਿ ਕਿਤੇ ਨਾ ਕਿਤੇ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਸਾਡੇ, ਕਹਿ ਸਕਦੇ ਹੋ ਕਿ ਜਿਹੜੇ ਧਰਮ ਦੇ ਸੰਸਕਾਰਾਂ ਦੇ ਵਿੱਚ ਆਉਂਦੇ ਜਿਹੜੇ ਸਾਡੇ ਕਕਾਰ ਨੇ, ਜਾਂ ਜਿਹੜੇ ਸਾਡੇ ਰੋਮ ਨੇ, ਜਾਂ ਜਿਹੜੀ ਸਾਡੀ ਦਸਤਾਰ ਹੈ, ਉਹਦੀ ਕੋਈ ਬੇਅਦਬੀ ਕਰਨ ਦੀ ਜਾਂ ਉਹਨੂੰ ਬੇਇੱਜ਼ਤ ਕਰਨ ਦੀ ਗੱਲ ਕਰੇ। ਇਸੇ ਤਰ੍ਹਾਂ ਹੀ ਹੁਣ ਘਟਨਾ ਵਾਪਰੀ ਹੈ ਕਿ ਕੁਛ ਇੱਕ ਰਾਜਨੀਤਿਕ ਧੜਾ ਅਕਾਲੀ ਦਲ ਦੇ ਜਿਹੜੇ ਕੁਛ ਵਰਕਰ ਸੀਗੇ, ਉਹ ਜਦੋਂ ਜਾ ਰਹੇ ਸੀ ਤਾਂ ਉੱਥੇ ਕੁਝ ਸ਼ਰਾਰਤੀ ਆਨਸਰਾਂ ਦੇ ਵੱਲੋਂ ਜਿੱਥੇ ਜਾ ਰਹੇ ਲੋਕਾਂ ਨੂੰ ਜਲੀਲ ਕੀਤਾ ਗਿਆ, ਨਾਅਰੇ ਲਾਏ ਗਏ। ਖੈਰ, ਇਹ ਮੈਂ ਸੋਚਦਾ ਕਿ ਇਹ ਤਾਂ ਰਾਜਨੀਤੀ 'ਚ ਚੱਲਦਾ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਰਾਜਨੀਤਿਕ ਧਿਰ ਦਾ ਵਿਰੋਧ ਕੀਤਾ ਜਾ ਸਕਦਾ ਹੈ, ਜਿਹੜੀ ਰਾਜਨੀਤਿਕ ਧਿਰ ਕਿਤੇ ਨਾ ਕਿਤੇ ਇਸ ਸੰਤਾਪ ਦੇ ਵਾਸਤੇ ਜ਼ਿੰਮੇਵਾਰ ਹੋਵੇ। ਪਰ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਇਸ ਸਾਰੇ ਵਿਦਰੋਹ ਜਾਂ ਉਹਨਾਂ ਦੀ ਖਿਲਾਫ ਵਰਜੀ ਦੀ ਆੜ ਦੇ ਵਿੱਚ ਕੁਝ ਐਸੇ ਕਰਮ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਇੱਕ ਸਮੁੱਚੀ ਕੌਮੀਅਤ ਦੇ ਜਿਹੜੇ ਕਹਿ ਸਕਦੇ ਹੋ ਕਿ ਹਿਰਦੇ ਨੇ ਉਹਨਾਂ ਨੂੰ ਠੇਸ ਪਹੁੰਚਦੀ ਹੈ, ਜਾਂ ਫਿਰ ਉਹਨਾਂ ਦੇ ਜਜ਼ਬਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਭੜਕਦੇ ਨੇ। ਇਸੇ ਤਰ੍ਹਾਂ ਦੀ ਹੀ ਘਟਨਾ ਵਾਪਰੀ ਜਦੋਂ ਜਾ ਰਹੇ ਜਿਹੜੇ ਬਜ਼ੁਰਗ ਅਕਾਲੀ ਵਰਕਰ ਸੀ ਉਹਨਾਂ ਦੀਆਂ ਦਾੜੀਆਂ ਪੁੱਟੀਆਂ ਗਈਆਂ, ਔਰ ਦਾੜੀਆਂ ਪੁੱਟਣ ਤੋਂ ਬਾਅਦ ਉਹਨਾਂ ਦੀ ਦਾੜੀ ਦੇ ਜਿਹੜੇ ਕੇਸ ਸੀਗੇ
ਉਹਨਾਂ ਨੂੰ ਉੱਥੇ ਕੁੰਡੀਆਂ ਦੇ ਉੱਪਰ ਟੰਗ ਕੇ ਬਕਾਇਦਾ ਤੌਰ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪ੍ਰਸਾਰਿਤ ਕੀਤਾ ਗਿਆ ਕਿ ਆਹ ਵੇਖੋ ਅਸੀਂ ਅਕਾਲੀਆਂ ਦੀਆਂ ਦਾੜੀਆਂ ਪੁੱਟੀਆਂ ਨੇ। ਤਾਂ ਕਿਤੇ ਨਾ ਕਿਤੇ ਕੌਮ ਦੇ ਵਿੱਚ ਬੇਸ਼ੱਕ ਜ਼ਰੂਰੀ ਨਹੀਂ ਹੈ ਕਿ ਜਿੰਨੇ ਵੀ ਅਸੀਂ ਸਿੱਖ ਜਾਂ ਧਾਰਮਿਕ ਜਜ਼ਬਾਤਾਂ ਜਾਂ ਪੰਥਕ ਜਜ਼ਬਾਤਾਂ ਦੇ ਨਾਲ ਜੁੜੇ ਹੋਏ ਲੋਕ ਹਾਂ, ਜ਼ਰੂਰੀ ਨਹੀਂ ਹੈ ਕਿ ਸਾਡਾ ਸੰਬੰਧ ਸਾਰਿਆਂ ਦਾ ਅਕਾਲੀ ਦਲ ਦੇ ਨਾਲ ਹੀ ਹੈ, ਪਰ ਕਿਸੇ ਵੀ ਧਿਰ ਦੇ ਨਾਲ, ਚਾਹੇ ਉਹ ਕਾਂਗਰਸ ਦਾ ਸਿੱਖ ਹੋਵੇ, ਚਾਹੇ ਉਹ ਅਕਾਲੀ ਦਲ ਦਾ ਸਿੱਖ ਹੋਵੇ, ਚਾਹੇ ਉਹ ਆਪ ਦੇ ਨਾਲ ਜੁੜਿਆ ਕੋਈ ਸਿੱਖ ਵਰਗ ਹੋਵੇ, ਪਰ ਜਦੋਂ ਕਿਤੇ ਨਾ ਕਿਤੇ ਉਸ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਤਾਂ ਇੱਕ ਸਾਂਝਾ ਵਿਦਰੋਹ ਜਿਹੜਾ ਉਹ ਜਨਮ ਲੈਂਦਾ ਹੈ, ਜਿੱਥੇ ਕਿਤੇ ਨਾ ਕਿਤੇ ਕਿਸਾਨ ਸੰਘਰਸ਼ ਦੇ ਨਾਲ ਜੁੜੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਇਸ ਪਾਸੇ ਕਹਿ ਸਕਦੇ ਹੋ ਕਿ ਇਸ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ, ਜਾਂ ਧਿਆਨ ਦੇ ਨਾਲ ਇਸ ਨੂੰ ਐਨਾਲਾਈਜ਼ ਕਰਨ ਦੀ, ਇਸ ਦਾ ਅਧਿਐਨ ਕਰਨ ਦੀ ਜ਼ਰੂਰ ਲੋੜ ਹੈ ਕਿ ਇਸ ਦੇ ਨਾਲ ਆ ਜਾ ਕੇ ਸਮੁੱਚੇ ਇਸ ਸੰਘਰਸ਼ ਦੇ ਉੱਪਰ ਜਿਹੜਾ ਅਸਰ ਉਹ ਜ਼ਰੂਰ ਪੈਂਦਾ ਹੈ। ਹੁਣ ਜਦੋਂ ਅਸੀਂ ਦਾੜੀ ਦੀ ਗੱਲ ਕਰਦੇ ਹਾਂ ਤਾਂ ਮੈਂ ਕਹਿੰਦਾ ਕਿ ਜੇਕਰ ਸਿੱਖ ਧਰਮ ਨੂੰ ਲਾਂਭੇ ਵੀ ਛੱਡ ਕੇ ਅਸੀਂ ਗੱਲ ਕਰੀਏ ਤੇ ਜਿਹੜੀ ਦਾੜੀ ਹੈ ਉਹ ਕਿਤੇ ਨਾ ਕਿਤੇ ਮਨੁੱਖ ਦੇ ਬਾਲਗ ਹੋਣ ਦੀ, ਉਹਦੇ ਸਿਆਣਪ ਦੀ, ਉਹਦੀ ਇੱਕ ਪ੍ਰਤੀਕ ਮੰਨੀ ਜਾਂਦੀ ਹੈ, ਚਾਹੇ ਉਹ ਇਸਲਾਮ ਦੇ ਵਿੱਚ ਹੋਵੇ, ਇੱਥੋਂ ਤੱਕ ਕਿ ਚਾਹੇ ਹਿੰਦੂ ਧਰਮ ਦੇ ਵੇਦਾਂ ਨੂੰ ਪੜ੍ਹ ਕੇ ਵੇਖ ਲਓ, ਸਿੱਖੀਜ਼ਮ ਨੂੰ ਪੜ੍ਹ ਕੇ ਵੇਖ ਲਓ, ਜਿੰਨੇ ਵੀ ਕਹਿ ਸਕਦੇ ਹੋ ਕਿ ਧਰਮ ਨੇ, ਤੇ ਉਹਨਾਂ ਧਰਮਾਂ ਦੇ ਵਿੱਚ ਮਨੁੱਖ ਦੀ ਦਾੜੀ ਦੀ ਇੱਕ ਅਹਿਮੀਅਤ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਹੋ ਸਕਦਾ ਹੈ ਕਿ ਜਿਹੜੇ ਉਹ ਜਾ ਰਹੇ ਸੀ ਬਜ਼ੁਰਗ, ਉਹਨਾਂ ਨੇ ਸ਼ਰਾਬ ਵੀ ਪੀਤੀ ਹੋਵੇ ਜਾਂ ਕੋਈ ਨਸ਼ਾ ਵੀ ਕੀਤਾ ਹੋਵੇ, ਇਹ ਇੱਕ ਵੱਖਰੀ ਗੱਲ ਹੈ, ਪਰ ਇਹਦੇ ਨਾਲ ਕਿਸੇ ਨੂੰ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਜੇਕਰ ਉਹ ਕਿਸੇ ਰਾਜਨੀਤਿਕ ਧਿਰ ਦੇ ਨਾਲ ਜੁੜੇ ਹੋਏ ਨੇ ਜਾਂ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਜਾਂ ਉਹਨਾਂ ਦੀ ਗੱਡੀ ਦੇ ਵਿੱਚ ਸ਼ਰਾਬ ਹੈ, ਤੇ ਇਹਦੇ ਨਾਲ ਕਿਸੇ ਨੂੰ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਕਿਸੇ ਦੀ ਦਾੜੀ ਪੁੱਟੀ ਜਾਵੇ ਜਾਂ ਫਿਰ ਕਿਸੇ ਦੇ ਕਹਿ ਸਕਦੇ ਹੋ ਕਿ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਜਾਵੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬੇਸ਼ੱਕ ਆ ਜਾ ਕੇ ਜਿਹੜੀ ਦਾੜੀ ਹੈ ਉਹ ਮਨੁੱਖ ਦੀ ਬਾਲਗ ਹੋਣ ਦੀ, ਉਹਦੀ ਸਿਆਣਪ ਦੀ ਪ੍ਰਤੀਕ ਸਮਝੀ ਜਾਂਦੀ ਹੈ, ਪਰ ਸ਼ੇਖ ਸਾਦੀ ਇੱਕ ਗੱਲ ਹੋਰ ਵੀ ਲਿਖਦੇ ਨੇ ਕਿ ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾਲ, ਕਿ ਬਜ਼ੁਰਗੀ ਸਿਆਣਪ ਨੂੰ ਵੀ ਕਿਹਾ ਜਾਂਦਾ ਹੈ। ਕੇਵਲ ਤੇ ਕੇਵਲ ਉਮਰ ਦਾ ਵੱਧ ਹੋ ਜਾਣਾ ਇਸ ਗੱਲ ਦਾ ਸੂਚਕ ਨਹੀਂ ਹੁੰਦਾ ਕਿ ਬੰਦਾ ਬਹੁਤ ਸਿਆਣਾ ਹੋ ਗਿਆ। ਕਈ ਵਾਰੀ ਬਹੁਤ ਸਿਆਣੇ ਲੋਕ ਵੀ ਐਸੀ ਗੱਲ ਕਰਦੇ ਨੇ ਕਿ ਮਜਬੂਰਨ ਕਹਿਣਾ ਪੈਂਦਾ ਹੈ ਕਿ ਤੁਹਾਡੀ ਉਮਰ ਇੰਨੀ ਹੋ ਗਈ ਹੈ, ਦਾੜੀ ਚਿੱਟੀ ਹੋ ਗਈ ਹੈ, ਬੱਚਿਆਂ ਵਾਲੀ ਗੱਲ ਕਰ ਰਹੇ ਹੋ। ਪਰ ਇੰਨੀਆਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਕਿਸੇ ਕੋਲ ਇਹ ਅਧਿਕਾਰ ਨਹੀਂ ਆ ਜਾਂਦਾ ਕਿ ਉਹ ਉਸ ਦੇ ਕਹਿ ਸਕਦੇ ਹੋ ਕਿ ਜਜ਼ਬਾਤਾਂ ਦੇ ਨਾਲ ਖੇਡੇ ਜਾਂ ਫਿਰ ਉਹਨਾਂ ਦੀ ਜਿਹੜੀ ਦਾੜੀ ਹੈ ਉਸ ਨੂੰ ਪੁੱਟਿਆ ਜਾਵੇ, ਕੇਸਾਂ ਦੀ ਬੇਅਦਬੀ ਕੀਤੀ ਜਾਵੇ। ਇਸ ਦੇ ਨਾਲ ਇਸ ਸਮੁੱਚੇ ਸੰਘਰਸ਼ ਦੇ ਉੱਪਰ ਜਦੋਂ ਤੁਸੀਂ ਕਹਿ ਸਕਦੇ ਹੋ ਕਿ ਧਰਮ ਦੇ ਜਜ਼ਬਾਤ ਕਿਸੇ ਸੰਘਰਸ਼ ਦੇ ਵਿਰੋਧ ਦੇ ਵਿੱਚ ਆਉਂਦੇ ਨੇ ਤਾਂ ਉਸ ਸੰਘਰਸ਼ ਦੇ ਉੱਪਰ ਇਸ ਗੱਲ ਦਾ ਅਸਰ ਜ਼ਰੂਰ ਪੈਂਦਾ ਹੈ। ਅਸੀਂ ਪਾਵਨ ਗੁਰਬਾਣੀ ਨੂੰ ਵੀ ਪੜ੍ਹ ਕੇ ਵੇਖ ਲਈਏ, ਬਾਕੀ ਧਰਮਾਂ ਤੋਂ ਜੇਕਰ ਬਾਹਰ ਜਾ ਕੇ ਵੀ ਅਸੀਂ ਗੱਲ ਕਰਨੀ ਹੋਵੇ ਤੇ ਸਾਡੀ ਪਾਵਨ ਗੁਰਬਾਣੀ ਦੇ ਵਿੱਚ ਵੀ ਦੋਵੇਂ ਹੀ ਪੱਖ ਜਿਹੜੇ ਨੇ ਸਾਹਮਣੇ ਆ ਜਾਂਦੇ ਨੇ ਕਿ ਜਿਹੜੇ ਲੋਕ ਆਪਣੀ ਇਸ ਦਾੜੀ ਨੂੰ ਬੜੀ ਨਿਮਰਤਾ ਦੇ ਭਾਵ ਦੇ ਵਿੱਚ ਰੱਖਦੇ ਨੇ ਤੇ ਸੱਚਮੁੱਚ ਹੀ ਸਿਆਣਪ ਦਾ ਪ੍ਰਤੀਕ ਹੁੰਦੇ ਨੇ, ਤੇ ਉਹਨਾਂ ਦੇ ਬਾਰੇ ਪਾਵਨ ਗੁਰਬਾਣੀ ਦੇ ਵਿੱਚ ਫਰਮਾਨ ਇਹ ਵੀ ਹੈ ਕਿ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਕਿ ਉਹ ਦਾੜੀਆਂ ਜਿਹੜੀਆਂ ਨੇ ਉਹ ਸੱਚੀਆਂ ਨੇ, ਭਾਵ ਕਿ ਉਹ ਪਵਿੱਤਰ ਨੇ, ਜਿਹੜੀਆਂ ਗੁਰੂ ਚਰਨਾਂ ਦੇ ਨਾਲ ਲੱਗੀਆਂ ਨੇ, ਭਾਵ ਕਿ ਜਿਹੜੀਆਂ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਚੱਲਦੀਆਂ ਨੇ। ਸੋ ਇਸ ਦਾ ਮਤਲਬ ਕਿਤੇ ਨਾ ਕਿਤੇ ਦਾੜੀ ਵਾਲੇ ਮਨੁੱਖ ਨੂੰ ਵੀ ਉਸ ਗੱਲ ਦੀ ਲਾਜ ਰੱਖਣੀ ਪੈਂਦੀ ਹੈ। ਪਰ ਪਾਤਸ਼ਾਹ ਇਹ ਵੀ ਗੱਲ ਕਹਿੰਦੇ ਨੇ ਕਿ ਜੇਕਰ ਮਨੁੱਖ ਦਾੜੀ ਰੱਖ ਕੇ ਕਿਸੇ ਦੇ ਉੱਪਰ ਜ਼ੁਲਮ ਕਰਦਾ ਹੈ, ਕਿਸੇ ਦੇ ਨਾਲ ਵਧੀਕੀ ਕਰਦਾ ਹੈ, ਕਿਸੇ ਦੇ ਉੱਪਰ ਕੋਈ ਖਾਸ ਤਰ੍ਹਾਂ ਦੇ ਤੰਜ ਕੱਸਦਾ ਹੈ, ਤੇ ਪਾਤਸ਼ਾਹ ਕਹਿੰਦੇ ਨੇ ਕਿ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਸਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਸੋ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਸੋ ਸਾਡੀ ਪਾਵਨ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਜਿਹੜੇ ਨੇ ਉਹ ਮਿਲ ਜਾਂਦੇ ਨੇ ਕਿ ਦਾੜੀ ਦੀ ਅਹਿਮੀਅਤ ਕੀ ਹੈ। ਸੋ ਇਹ ਜਿਹੜੇ ਵੀਰ ਕਿਸਾਨ ਸੰਘਰਸ਼ ਦੀ ਆੜ ਦੇ ਵਿੱਚ ਇਵੇਂ ਦੀ ਗੱਲ ਕਰਦੇ ਨੇ, ਉਹ ਕਿਤੇ ਨਾ ਕਿਤੇ ਕਿਸਾਨ ਸੰਘਰਸ਼ ਨੂੰ ਇੱਕ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਦਾ ਕਾਰਨ ਜਿਹੜੇ ਨੇ ਉਹ ਬਣ ਸਕਦੇ ਨੇ। ਜੇਕਰ ਅਸੀਂ ਸੱਭਿਆਚਾਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਸਾਰੇ ਐਸੇ ਮੁਹਾਵਰੇ ਵੀ ਨੇ, ਜਿਵੇਂ ਕਹਿ ਸਕਦੇ ਹਾਂ ਕਿ ਫਲਾਣੇ ਦੀ ਦਾੜੀ ਖੋਹ ਦੇਣੀ, ਦਾੜੀ ਪੁੱਟ ਦੇਣੀ, ਇਹ ਸਾਰੇ ਮੁਹਾਵਰੇ ਕਿਸੇ ਨੂੰ ਬੇਇੱਜ਼ਤ ਕਰਨ ਦੇ, ਕਿਸੇ ਨੂੰ ਬੇਅਦਬ ਕਰਨ ਦੇ ਪ੍ਰਤੀਕ ਜ਼ਰੂਰ ਨੇ। ਸ਼ਾਇਦ ਤੁਸੀਂ ਇੱਕ ਕਹਾਣੀ ਨੂੰ ਸੁਣਿਆ ਹੋਵੇਗਾ ਕਿ ਕੋਈ ਰਾਜਾ ਸੀ, ਉਸ ਦੀ ਦਾੜੀ ਬੜੀ ਸੋਹਣੀ ਸੀ, ਪਰ ਉਹਦੇ ਰਾਜ ਦੇ ਵਿੱਚ ਦੋ ਹੋਰ ਐਸੇ ਵਸਨੀਕ ਸਨ ਜਿਨ੍ਹਾਂ ਦੀ ਦਾੜੀ ਰਾਜੇ ਤੋਂ ਵੀ ਸੋਹਣੀ ਸੀ, ਤੇ ਰਾਜਾ ਕਿਤੇ ਨਾ ਕਿਤੇ ਇਸ ਗੱਲ ਤੋਂ ਇੱਕ ਅਹਿਸਾਸੇ ਕਮਤਰੀ ਦੇ ਵਿੱਚ ਸੀ, ਇੱਕ ਇਨਫੀਰੀਅਰਿਟੀ ਕੰਪਲੈਕਸ ਦੇ ਵਿੱਚ ਸੀ ਕਿ
ਮੇਰੀ ਦਾੜੀ ਤੋਂ ਸੋਹਣੀ ਦਾੜੀ ਕਿਸੇ ਹੋਰ ਦੀ ਕਿਉਂ ਹੈ। ਸੋ ਰਾਜੇ ਨੇ ਉਹਨਾਂ ਦੋਹਾਂ ਨੂੰ ਹੀ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਦਾੜੀ ਖਰੀਦਣਾ ਚਾਹੁੰਦਾ, ਦੱਸੋ ਕਿੰਨੇ ਪੈਸੇ ਦੀ ਜ਼ਰੂਰਤ ਹੈ। ਸੋ ਇੱਕ ਜਿਹੜਾ ਆਮ ਜਿਹਾ ਵਿਅਕਤੀ ਸੀ, ਦਾੜੀ ਤੇ ਬਹੁਤ ਸੋਹਣੀ ਸੀ, ਪਰ ਉਸ ਨੂੰ ਇਸ ਦੀ ਅਹਿਮੀਅਤ ਦਾ ਨਹੀਂ ਸੀ ਪਤਾ। ਉਸ ਨੇ ਜਦੋਂ ਤੋਂ ਦਾੜੀ ਆਈ ਹੋਵੇਗੀ 13-14 ਸਾਲ ਦੀ ਉਮਰ ਤੋਂ, ਸਾਰਾ ਕਹਿ ਸਕਦੇ ਹੋ ਕਿ ਆਪਣਾ ਖਰਚਾ ਗਿਣ ਕੇ ਕਿ ਇੰਨੇ ਦਾ ਮੈਂ ਤੇਲ ਲਾ ਦਿੱਤਾ, ਇੰਨੀ ਮੈਨੂੰ ਸਫਾਈ ਕੀਤੀ, ਇਹ ਕੀਤਾ, ਕਾਫੀ ਹਜ਼ਾਰਾਂ ਮੋਹਰਾਂ ਦਾ ਬਿੱਲ ਬਣਾ ਕੇ ਰਾਜੇ ਦੇ ਅੱਗੇ ਰੱਖ ਦਿੱਤਾ ਕਿ ਮੈਨੂੰ ਇੰਨੇ ਪੈਸੇ ਦੇ ਦਿਓ ਤੇ ਦਾੜੀ ਤੁਸੀਂ ਮੇਰੀ ਲੈ ਸਕਦੇ ਹੋ। ਰਾਜੇ ਨੇ ਆਪਣੇ ਦਰਬਾਰੀ ਨੂੰ ਕਿਹਾ ਤੇ ਦਾੜੀ ਜਿਹੜੀ ਸੀ ਉਹ ਕਟਵਾ ਦਿੱਤੀ। ਹੁਣ ਜਿਹੜਾ ਦੂਜਾ ਮਨੁੱਖ ਸੀ ਜਿਸ ਦੀ ਦਾੜੀ ਵੀ ਸੋਹਣੀ ਸੀ, ਤੇ ਜਦੋਂ ਰਾਜੇ ਨੇ ਉਸ ਨੂੰ ਕਿਹਾ ਤੇ ਉਸ ਨੇ ਵੀ ਇੱਕ ਬਹੁਤ ਕਹਿ ਸਕਦੇ ਹੋ ਕਿ ਲੰਬੀ ਫਰਿਸਤ ਬਣਾ ਦਿੱਤੀ ਕਿ ਹੁਣ ਤੱਕ ਮੇਰੀ ਦਾੜੀ ਨੂੰ ਵਧਾਉਣ ਦੇ ਉੱਪਰ, ਸੰਭਾਲ ਦੇ ਉੱਪਰ ਇੰਨਾ ਖਰਚਾ ਆਇਆ। ਜਦੋਂ ਰਾਜੇ ਨੇ ਸਾਰਾ ਖਰਚਾ ਦੇ ਦਿੱਤਾ ਤੇ ਕਹਿੰਦਾ ਰਾਜਾ ਹੁਣ ਇਹ ਦਾੜੀ ਤੁਹਾਡੀ ਹੋਈ। ਤੇ ਜਦੋਂ ਰਾਜੇ ਨੇ ਦਰਬਾਰੀ ਨੂੰ ਕਿਹਾ ਕੱਟ ਲਓ, ਤਾਂ ਉਸ ਵੇਲੇ ਉਸਨੇ ਕਿਹਾ ਨਹੀਂ, ਹੁਣ ਤੇਰੀ ਹਿੰਮਤ ਨਹੀਂ ਹੈ ਕਿ ਇਸ ਦਾੜੀ ਨੂੰ ਹੱਥ ਲਾ ਸਕੇ, ਕਿਉਂਕਿ ਇਹ ਦਾੜੀ ਹੁਣ ਮੇਰੀ ਨਹੀਂ ਰਹੀ, ਇਹ ਦਾੜੀ ਹੁਣ ਰਾਜੇ ਦੀ ਹੋ ਚੁੱਕੀ ਹੈ। ਭਾਵ ਕਿ ਜਿਨ੍ਹਾਂ ਨੂੰ ਇਸ ਚੀਜ਼ ਦਾ ਅਹਿਮੀਅਤ ਦਾ ਪਤਾ ਹੁੰਦਾ। ਸ਼ਾਇਦ ਅਸੀਂ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਇੱਕ ਗੱਲ ਹੋਰ ਵੀ ਕਹਿੰਦੇ ਆ, ਔਰ ਉਹ ਆਮ ਸਾਡੇ ਪਿੰਡਾਂ ਦੇ ਵਿੱਚ ਮਸ਼ਹੂਰ ਵੀ ਹੈ, ਕਿ ਜਿਹੜੇ ਸਾਡੇ ਵੀਰ ਨਾਈ ਦਾ ਕਿੱਤਾ ਕਰਦੇ ਨੇ, ਪੁਰਾਣੇ ਸਮਿਆਂ ਦੇ ਵਿੱਚ ਬੁੱਤੀਆਂ ਭਰਨ ਦਾ ਜਾਂ ਲੋਕਾਂ ਦੀ ਜਾਂ ਵਡੇਰਿਆਂ ਦੀ ਸ਼ੇਵ ਕਰਨ ਦਾ, ਜਿਨ੍ਹਾਂ ਲੋਕਾਂ ਦੇ ਵਿੱਚ ਇਹ ਰੀਤ ਜਾਂ ਰਵਾਇਤ ਜਾਂ ਮਨੌਤ ਪ੍ਰਚਲਿਤ ਹੋਵੇਗੀ, ਤਾਂ ਉਹਨਾਂ ਦੇ ਵਿੱਚ ਉਹ ਉਹਨਾਂ ਦੇ ਕਹਿ ਸਕਦੇ ਹੋ ਕਿ ਦਾੜੀਆਂ ਕੱਟਣ ਦਾ, ਦਾੜੀਆਂ ਬਣਾਉਣ ਦਾ, ਬੁੱਤੀਆਂ ਭਰਨ ਦਾ, ਨਹੁੰ ਸਾਫ਼ ਕਰਨ ਦਾ ਕੰਮ ਕਰਿਆ ਕਰਦੇ ਸੀ। ਪਰ ਰਾਜੇ ਦੀ ਦਾੜੀ ਨੂੰ ਹੱਥ ਕੇਵਲ ਨਾਈ ਹੀ ਲਾ ਸਕਦਾ ਸੀ, ਇਸ ਕਰਕੇ ਨਾਈਆਂ ਨੂੰ ਵੀ ਰਾਜੇ ਹੀ ਕਿਹਾ ਜਾਂਦਾ ਸੀ। ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੇਖ ਲਓ, ਜਿਹੜੇ ਸਾਡੇ ਨਾਈ ਬਰਾਦਰੀ ਦੇ ਭਰਾ ਨੇ, ਅਸੀਂ ਉਹਨਾਂ ਨੂੰ ਰਾਜੇ ਕਹਿ ਕੇ ਸੰਬੋਧਨ ਕਰਦੇ ਸੀ, ਨਾਈ ਨਹੀਂ ਕਹਿੰਦੇ। ਉਹਦਾ ਕਾਰਨ ਸੀ ਕਿ ਉਹਦੇ ਕੋਲ ਇੱਕ ਤਾਕਤ ਤਾਂ ਹੈ ਕਿ ਉਹ ਰਾਜੇ ਦੀ ਦਾੜੀ ਜਿਹੜੀ ਹੈ ਉਹਨੂੰ ਹੱਥ ਲਾਉਣ ਦੀ ਸਮਰੱਥਾ ਰੱਖਦਾ। ਇਸੇ ਤਰ੍ਹਾਂ ਹਰ ਸਮਾਜ ਦੇ ਵਿੱਚ, ਹਰ ਧਰਮ ਦੇ ਵਿੱਚ ਇਸ ਦੀ ਅਹਿਮੀਅਤ ਜ਼ਰੂਰ ਹੈ। ਔਰ ਮੈਂ ਤਾਂ ਹੈਰਾਨ ਹੋਇਆ ਇਸ ਗੱਲ ਤੋਂ ਕਿ ਜਦੋਂ ਉਸ ਬਜ਼ੁਰਗ ਦੀ ਦਾੜੀ ਤੇ ਜਿਹੜੇ ਸੀਗੇ ਉਹ ਵਾਲ ਪੁੱਟੇ ਗਏ ਤੇ ਉਹਨਾਂ ਵਾਲਾਂ ਨੂੰ ਪੁੱਟਣ ਤੋਂ ਬਾਅਦ ਇੱਕ ਬੀਬੀ ਜਿਹੜੀ ਖਾਸ ਕਰਕੇ ਲਾਈਵ ਹੋਈ, ਉਹ ਖੁਦ ਅੰਮ੍ਰਿਤਧਾਰੀ ਸੀ। ਤਾਂ ਮੈਨੂੰ ਇੰਜ ਲੱਗਾ ਕਿ ਕਿਤੇ ਨਾ ਕਿਤੇ ਸਾਡੇ ਧਾਰਮਿਕ ਸੰਸਕਾਰ, ਸਾਡੀ ਧਾਰਮਿਕ ਵਿਚਾਰਧਾਰਾ ਇਹਨਾਂ ਗੱਲਾਂ ਨੂੰ ਸਮਝਣ ਤੋਂ ਅਸਮਰੱਥ ਕਿਉਂ ਹੁੰਦੀ ਜਾ ਰਹੀ ਹੈ। ਅਸਮਰੱਥ ਇਸ ਕਰਕੇ ਹੁੰਦੇ ਜਾ ਰਹੇ ਹਾਂ ਕਿ ਅਸੀਂ ਆਪਣੇ ਧਰਮ ਦੇ ਵਿੱਚ ਜਿਹੜੇ ਇਹਦੇ ਪੱਖ ਨੇ ਉਹਨਾਂ ਦਾ ਕਦੀ ਵੀ ਅਧਿਐਨ ਨਹੀਂ ਕਰਦੇ ਜਾਂ ਇਤਿਹਾਸ ਨੂੰ ਨਹੀਂ ਪੜ੍ਹਦੇ। ਸਿੱਖਾਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ, ਉਸ ਦੇ ਨਾਲ ਉਸ ਦਾ ਇੱਕ ਖਾਸ ਅਹਿਲਕਾਰ ਨਾਸਿਰ ਖਾਨ ਆਇਆ ਸੀ, ਤੇ ਨਾਸਿਰ ਖਾਨ ਦਾ ਉਸਤਾਦ ਵੀ ਸਿੱਖਾਂ ਦੀਆਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੋਈਆਂ ਜੰਗਾਂ ਨੂੰ ਵੇਖਣ ਦੇ ਵਾਸਤੇ ਇਸ ਖਿੱਤੇ ਦੇ ਵਿੱਚ ਆਇਆ ਸੀ। ਉਸ ਨੇ ਬਹੁਤ ਸਾਰੀਆਂ ਜੰਗਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ, ਔਰ ਅਖੀਰ ਤੇ ਜਾ ਕੇ ਉਸ ਨੇ ਇੱਕ ਆਪਣੀ ਕਿਤਾਬ ਦੇ ਵਿੱਚ ਇਸ ਸਾਰੀ ਗੱਲ ਦਾ ਜ਼ਿਕਰ ਵੀ ਕੀਤਾ, ਜਿਸ ਕਿਤਾਬ ਦਾ ਨਾਮ ਹੈ ਜੰਗਨਾਮਾ ਕਾਜ਼ੀ ਨੂਰ ਮੁਹੰਮਦ। ਉਸ ਜੰਗਨਾਮੇ ਦੇ ਵਿੱਚ ਉਹ ਬੇਸ਼ੱਕ ਸਿੱਖਾਂ ਦੇ ਪ੍ਰਤੀ ਬੜੇ ਨਫ਼ਰਤ ਭਰੇ ਸ਼ਬਦ ਵਰਤਦਾ ਹੈ, ਸਿੱਖਾਂ ਨੂੰ ਕੁੱਤੇ ਜਾਂ ਸੱਗ, ਫਾਰਸੀ 'ਚ ਸੱਗ ਕੁੱਤੇ ਨੂੰ ਕਿਹਾ ਜਾਂਦਾ ਹੈ, ਇਵੇਂ ਦੇ ਸ਼ਬਦਾਂ ਦੇ ਨਾਲ ਸੰਬੋਧਿਤ ਹੁੰਦਾ ਹੈ। ਪਰ ਉਹ ਉੱਥੇ ਆ ਕੇ ਜਦੋਂ ਸਿੱਖਾਂ ਦੇ ਇਖਲਾਕ ਦੀ, ਜਦੋਂ ਕਰੈਕਟਰ ਦੀ ਗੱਲ ਕਰਦਾ ਹੈ, ਤਾਰੀਫੇ ਸਿੱਖਾਂ ਜਾਂ ਵਸਫੇ ਸਿੱਖਾਂ, ਕਿ ਸਿੱਖਾਂ ਦੀ ਤਾਰੀਫ ਕੀ ਹੈ, ਉਹਦੇ ਵਿੱਚ ਜਿੱਥੇ ਉਹਨਾਂ ਦੇ ਇਖਲਾਕ ਦੀ ਗੱਲ ਕਰਦਾ ਹੈ ਤੇ ਨਾਲ ਇਹ ਵੀ ਕਹਿੰਦਾ ਸਗਾਰਾ ਮਗੋ ਸਕ ਹਸਤੰਦ ਸ਼ੇਰ ਬ ਮਾਦਾਨੇ ਮਰਦਾਂ ਚੁ ਸ਼ੇਰਾਂ ਦਲੇਰ, ਕਿ ਬੇਸ਼ੱਕ ਮੈਂ ਮਜ਼ਹਬੀ ਜਨੂਨ ਦੇ ਵਿੱਚ ਨਫ਼ਰਤ ਕਰਦਾ ਹੋਇਆ ਇਹਨਾਂ ਦੇ ਵਾਸਤੇ ਕੁੱਤਾ ਸ਼ਬਦ ਦੀ ਵਰਤੋਂ ਕਰਦਾ ਹਾਂ, ਪਰ ਅਸਲੀਅਤ ਇਹ ਹੈ ਕਿ ਇਹ ਸ਼ੇਰਾਂ ਤੋਂ ਕਿਤੇ ਵੱਧ ਦਲੇਰ ਨੇ। ਔਰ ਸਭ ਤੋਂ ਵੱਡੀ ਅਹਿਮੀਅਤ ਵਾਲੀ ਜਿਹੜੀ ਗੱਲ, ਹੋਰ ਬਹੁਤ ਸਾਰੀਆਂ ਸਾਡੀਆਂ ਤਾਰੀਫਾਂ ਦੇ ਨਾਲ ਜਿਹੜੀ ਗੱਲ ਕਰਦਾ ਹੈ, ਕਹਿੰਦਾ ਕਿ ਇਹ ਆਪਣੇ ਦੁਸ਼ਮਣ ਦੀ ਦਸਤਾਰ ਜਾਂ ਫਿਰ ਉਹਦੀ ਜਿਹੜੀ ਦਾੜੀ ਹੈ ਉਸ ਦੀ ਇਹ ਵੀ ਇੱਜ਼ਤ ਕਰਦੇ ਨੇ। ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੀ ਦਸਤਾਰ ਵੀ ਲੈ ਜਾਵੇ ਤੇ ਇਹ ਆਪਣੀ ਚੱਲ ਰਹੀ ਤਲਵਾਰ ਨੂੰ ਰੋਕ ਲੈਂਦੇ ਨੇ ਤੇ ਕਹਿੰਦੇ ਨੇ ਮੇਰੇ ਵੀਰ ਆਪਣੀ ਦਸਤਾਰ ਸੰਭਾਲ, ਮੈਂ ਤੇਰੀ ਇੱਜ਼ਤ ਉਛਾਲਣ ਨਹੀਂ ਆਇਆ, ਬੇਸ਼ੱਕ ਮੈਂ ਤੇਰੇ ਨਾਲ ਲੜਨ ਵਾਸਤੇ ਆਇਆ। ਸੋ ਸਾਡੇ ਇਤਿਹਾਸ ਦੇ ਵਿੱਚ, ਸਾਡੇ ਧਰਮ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਬੇਸ਼ੱਕ ਕੋਈ ਅੰਮ੍ਰਿਤਧਾਰੀ ਨਹੀਂ ਵੀ ਹੈਗਾ ਬਜ਼ੁਰਗ ਸਾਡਾ, ਪਰ ਸਾਡੇ ਧਰਮ ਦੇ ਵਿੱਚ ਕੇਸਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਸੋ ਜਿਹੜੇ ਵੀਰਾਂ ਨੇ ਇਹਨਾਂ ਰਾਜਨੀਤਿਕ ਲੋਕਾਂ ਦੀ ਵਿਰੋਧਤਾ ਕਰਨੀ ਹੈ, ਮੈਂ ਕਹਿੰਦਾ ਕਿ ਉਸ ਨੂੰ ਜੀ ਆਇਆਂ ਕਹਿਣਾ ਚਾਹੀਦਾ। ਤੁਸੀਂ ਅਕਾਲੀ ਦਲ ਦੀ ਵਿਰੋਧਤਾ ਕਰੋ, ਕਾਂਗਰਸ ਦੀ ਵਿਰੋਧਤਾ ਕਰੋ, ਆਪ ਦੀ ਵਿਰੋਧਤਾ ਕਰੋ, ਪਰ ਕਿਤੇ ਨਾ ਕਿਤੇ ਉਸ ਵਿਰੋਧਤਾ ਦਾ ਜਿਹੜਾ ਢੰਗ ਹੈ ਉਸ ਨੂੰ ਨਾਅਰਿਆਂ ਤੱਕ
ਗਾਲਾਂ ਤੱਕ ਨਾ ਲੈ ਕੇ ਜਾਓ, ਉਸ ਨੂੰ ਨਾਅਰਿਆਂ ਤੱਕ ਰੱਖੋ, ਲੋਕਾਂ ਨੂੰ ਜਾਗਰੂਕ ਕਰਨ ਤੱਕ ਰੱਖੋ ਕਿ ਰਾਜਨੀਤਿਕ ਲੀਡਰਾਂ ਦੀਆਂ ਅਣਗਹਿਲੀਆਂ ਦੀ ਬਦੌਲਤ ਅੱਜ ਪੰਜਾਬ ਦਾ ਇਹ ਹਾਲ ਹੋਇਆ ਹੈ। ਜੇਕਰ ਇਹਨਾਂ ਨੇ ਮੌਕੇ ਦੇ ਉੱਪਰ ਸਮੇਂ ਸਿਰ ਕਿਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਪੰਜਾਬ ਦਾ ਇਹ ਹਾਲ ਅੱਜ ਨਾ ਹੁੰਦਾ। ਸੋ ਇਹ ਜਿੰਨੇ ਵੀ ਮੋਰਚੇ ਦੇ ਨਾਲ ਜੁੜੇ ਹੋਏ ਮੇਰੇ ਵੀਰ ਨੇ, ਮੈਂ ਇਹਨਾਂ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਵਿਰੋਧ ਕਰੋ। ਜੇਕਰ ਕਿਸੇ ਵੀ ਰਾਜਨੀਤਿਕ ਧਿਰ ਦੇ ਨਾਲ ਤੁਹਾਨੂੰ ਕੋਈ ਰੰਜਿਸ਼ ਹੈ, ਵਿਰੋਧ ਜ਼ਰੂਰ ਕਰੋ, ਕਰਨਾ ਚਾਹੀਦਾ ਹੈ, ਸੰਵਿਧਾਨਿਕ ਤੁਹਾਡਾ ਹੱਕ ਹੈ। ਪਰ ਕੋਈ ਵੀ ਐਸੀ ਗੱਲ ਨਾ ਕਰੋ ਕਿ ਕਿਸੇ ਦੇ ਧਰਮ ਜਾਂ ਧਾਰਮਿਕ ਜਜ਼ਬਾਤਾਂ ਨੂੰ ਜਾਂ ਫਿਰ ਉਸ ਦੇ ਹਿਰਦੇ ਨੂੰ ਇਸ ਗੱਲ ਦੀ ਠੇਸ ਪਹੁੰਚੇ ਕਿ ਅਸੀਂ ਜਾ ਰਹੇ ਸੀ ਤੇ ਸਾਨੂੰ ਬੇਇੱਜ਼ਤ ਕੀਤਾ ਗਿਆ। ਤੇ ਬੇਇੱਜ਼ਤ ਕਰਨ ਦਾ ਜਿਹੜਾ ਢੰਗ ਹੈ ਉਹ ਢੰਗ ਰਾਜਨੀਤਿਕ ਲੋਕਾਂ ਨੂੰ ਬੇਇੱਜ਼ਤ ਕਰਨ ਵਾਲਾ ਨਾ ਹੋਵੇ, ਬਲਕਿ ਧਰਮ ਦੇ ਉੱਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮਲਾ ਹੋਵੇ। ਸੋ ਇਹਨਾਂ ਗੱਲਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਵਾਚਣ ਦੀ ਲੋੜ ਹੈ, ਕਿਉਂਕਿ ਧਰਮ ਦੇ ਜਜ਼ਬਾਤਾਂ ਤੋਂ ਭੜਕਾਹਟ ਦੇ ਵਿੱਚ ਆ ਕੇ ਲੋਕ ਕਈ ਵਾਰੀ ਸੰਘਰਸ਼ ਦੇ ਪਤਨ ਦਾ ਕਾਰਨ ਬਣ ਜਾਂਦੇ ਹੁੰਦੇ ਨੇ। ਸੰਘਰਸ਼ ਇੱਕ ਐਸੇ ਸਿਖਰ ਦੇ ਉੱਪਰ ਪਹੁੰਚ ਚੁੱਕਾ ਹੈ ਕਿ ਮੈਂ ਪਹਿਲਾਂ ਵੀ ਆਰੰਭ ਦੇ ਵਿੱਚ ਕਿਹਾ ਸੀ ਕਿ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਵਿੱਚ ਜਾਂਦਾ ਹੈ ਤੇ ਜਿਸ ਤਰ੍ਹਾਂ ਦੇ ਨਾਲ ਉਸ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਇਸ ਸੰਘਰਸ਼ ਦੀ ਬਦੌਲਤ ਹੈ। ਪਰ ਹੁਣ ਇਸ ਸੰਘਰਸ਼ ਦੇ ਵਿੱਚ ਕੋਈ ਐਵੇਂ ਦੀ ਘਟਨਾ ਜਾਂ ਐਵੇਂ ਦੀ ਕੋਈ ਛੋਟੀ ਮੋਟੀ ਵੀ ਘਟਨਾ ਨਹੀਂ ਵਾਪਰਨੀ ਚਾਹੀਦੀ ਜਿਹਦੇ ਨਾਲ ਕਿਸੇ ਦੇ ਧਰਮ ਜਾਂ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਜਾ ਸਕੇ। ਆਸ ਕਰਦਾ ਹਾਂ ਕਿ ਜਿਹੜੇ ਵੀਰ ਉੱਥੇ ਬੈਠੇ ਨੇ ਇਹਨਾਂ ਸ਼ਰਾਰਤੀ ਅਨਸਰਾਂ ਤੋਂ ਜ਼ਰੂਰ ਥੋੜਾ ਜਿਹਾ ਸਾਵਧਾਨ ਰਹਿਣਗੇ ਕਿ ਕੋਈ ਵੀ ਇੱਕ ਛੋਟੀ ਜਿਹੀ ਵੀ ਮਾੜੀ ਘਟਨਾ ਜਾਂ ਮਾੜਾ ਕਾਰਜ ਜਿਹੜਾ ਉਹ ਇਸ ਸੰਘਰਸ਼ ਨੂੰ ਜਵਾਲ ਵਾਲੇ ਪਾਸੇ, ਘਾਟੇ ਵਾਲੇ ਪਾਸੇ ਲੈ ਕੇ ਜਾਣ ਦਾ ਕਾਰਨ ਨਾ ਬਣ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।